ਸੱਜਣ ਸੁਹੇਲੇ ਰਾਖੋ ਰਾਖਣਹਾਰ ਦਿਆਲਾ। ਨਾਨਕ ਕਰਕੇ ਬੋਲੇ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪੌੜੀ ਅੱਖਰ ਮੈਂ ਤ੍ਰਿਭਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ। ਅੱਖਰ ਸ਼ਾਸਤਰ ਸਿਮਰਤ ਪੁਰਾਨਾ ਅੱਖਰ ਨਾਦ ਕਥਨ ਬਖਿਆਨਾ। ਅੱਖਰ ਮੁਕਤ ਜੁਗਤ ਭੈ ਪਰਮਾ ਅੱਖਰ ਕਰਮ ਕਿਰਤ ਸੁਚ ਧਰਮਾ। ਦ੍ਰਿਸ਼ਟਮਾਨ ਅੱਖਰ ਹੈ ਚੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ। ਦ੍ਰਿਸ਼ਟਮਾਨ ਅੱਖਰ ਹੈ ਚੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅੱਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ ਆਓ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜੀਏ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਬਾਬ ਨਖਰੀ ਮਹਿਲਾ ਪੰਜਵਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 261। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਤਿੰਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਪਾਵਨ ਪਵਿੱਤਰ ਬਾਣੀ ਇਸ ਦੀ ਆਪਾਂ ਲੜੀਵਾਰ ਬੜੇ ਲੰਮੇ ਸਮੇਂ ਤੋਂ ਵਿਚਾਰ ਕਰਦੇ ਆ ਰਹੇ ਹਾਂ। ਅੱਜ ਦਾ ਸ਼ਲੋਕ ਹੈ ਜੀ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸ਼ਲੋਕ ਦੇ ਰਾਹੀਂ ਉਸ ਮਾਲਕ ਦੀ ਪ੍ਰਮਾਤਮਾ ਦੀ ਸ਼ਰਨ ਵਿੱਚ ਪੈਣ ਦੀ ਗੱਲ ਕਰ ਰਹੇ ਨੇ। ਸਤਿਗੁਰੂ ਜੀ ਕਹਿ ਰਹੇ ਨੇ ਹੇ ਪ੍ਰਭੂ ਹੇ ਕਿਰਪਾ ਦੇ ਖਜ਼ਾਨੇ ਹੇ ਦਿਆਲ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ। ਹੇ ਨਾਨਕ ਆਖ ਜਿਨ੍ਹਾਂ ਦੇ ਮਨ ਵਿੱਚ ਇੱਕ ਅਵਿਨਾਸ਼ੀ ਪ੍ਰਭੂ ਵਸਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਚਾਅ ਦੇ ਵਿੱਚ ਰਹਿੰਦਾ ਹੈ, ਖਿੜਿਆ ਰਹਿੰਦਾ ਹੈ, ਆਨੰਦ ਵਿੱਚ ਰਹਿੰਦਾ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਇੱਥੇ ਗੱਲ ਕੀਤੀ ਸ਼ਰਨ ਵਿੱਚ ਆਉਣਾ। ਗੁਰਬਾਣੀ ਦੇ ਮੁਤਾਬਕ ਸ਼ਰਨ ਵਿੱਚ ਆਉਣ ਦਾ ਅਰਥ ਕੀ ਹੁੰਦਾ ਹੈ?
ਸ਼ਰਨ ਵਿੱਚ ਆਉਣ ਦਾ ਅਰਥ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ, ਸਰੈਂਡਰ ਕਰ ਦੇਣਾ, ਸਮਰਪਿਤ ਕਰ ਦੇਣਾ। ਇਹ ਅਧੀਨਗੀ ਕਬੂਲ ਲੈਣੀ ਗੁਰੂ ਦੀ। ਸਤਿਗੁਰੂ ਮਹਾਰਾਜ ਦਾ ਇੱਕ ਬਚਨ ਪੜ੍ਹਦੇ ਹਾਂ ਜੀ ਆਪਾਂ। ਪਾਤਸ਼ਾਹ ਜੀ ਕਹਿ ਰਹੇ ਨੇ, ਤੁਮਰੀ ਸ਼ਰਨ ਤੁਮਾਰੀ ਆਸਾ। ਸ਼ਰਨ ਵੀ ਤੇਰੀ, ਇਤਿਹਾਸ ਵੀ ਤੇਰੇ ਧਰਮੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਮੇਰਾ ਸੱਜਣ ਵੀ ਤੂੰ ਹੈ, ਸੁੱਖ ਦੇਣ ਵਾਲਾ ਵੀ ਤੂੰ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਪਾਤਸ਼ਾਹ ਜੀ ਨੇ ਅੱਗੇ ਜਿਹੜਾ ਬਚਨ ਆਖਿਆ, ਹੇ ਪਾਤਸ਼ਾਹ ਜੀ ਕਹਿ ਰਹੇ ਨੇ, ਹੇ ਮਾਲਕ ਵਾਹਿਗੁਰੂ, ਤੇਰੇ ਦਰ ਦੇ ਗੁਲਾਮ ਅਸੀਂ, ਨਾਨਕ ਘਰ ਕੇ ਗੋਲੇ। ਤੇਰੇ ਦਰ ਦੇ ਗੁਲਾਮ ਹੋ ਗਏ ਆ, ਭਾਵ ਤੇਰੇ ਦਰ ਦੇ ਬਣ ਗਏ ਆ। ਹੁਣ ਹੋਰ ਕੋਈ ਦਰ, ਹੋਰ ਕੋਈ ਟਿਕਾਣਾ, ਹੋਰ ਕੋਈ ਥਾਂ ਸਾਨੂੰ ਵਧੀਆ ਨਹੀਂ ਲੱਗਦੀ, ਕਿਉਂਕਿ ਸ਼ਰਨ ਤੇਰੀ ਵਿੱਚ ਆ ਗਏ ਹਾਂ। ਕੱਲ ਵੀ ਆਪਾਂ ਗੱਲ ਕਰ ਰਹੇ ਸੀ ਜੀ ਸ਼ਰਨ ਬਾਰੇ। ਕੱਲ ਆਪਾਂ ਗੱਲ ਕੀਤੀ ਸੁਭਾਅ ਦੇ ਉੱਤੇ। ਆਪਾਂ ਇੱਕ ਬਚਨ ਪੜਿਆ ਸੀ, ਪਾਤਸ਼ਾਹ ਜੀ ਕਹਿ ਰਹੇ ਨੇ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਇਹ ਵੀ ਇੱਕ ਬੇਨਤੀ ਰੂਪ ਦੇ ਅੰਦਰ ਸ਼ਬਦ ਕਿਹਾ ਗਿਆ। ਚਾਰ ਕੁੰਟ ਦਾਦਿਸ਼ ਭ੍ਰਮੇ ਥੱਕ ਆਏ ਪ੍ਰਭ ਕੀ ਸ਼ਾਮ। ਥੱਕ ਹਾਰ ਕੇ ਹਰ ਪਾਸੇ ਜਾ ਕਰਕੇ ਵਾਹਿਗੁਰੂ ਤੇਰੀ ਸ਼ਰਨ ਅਸੀਂ ਆਏ ਹਾਂ। ਹੁਣ ਸਮਝ ਆ ਗਈ, ਪਤਾ ਲੱਗ ਗਿਆ, ਤੇਰੀ ਸ਼ਰਨ ਤੋਂ ਬਿਨਾ ਸਾਡਾ ਹੋਰ ਕੋਈ ਟਿਕਾਣਾ ਨਹੀਂ, ਹੋਰ ਕੋਈ ਥਾਂ ਨਹੀਂ ਹੈ। ਇੱਥੇ ਸਤਿਗੁਰੂ ਜੀ ਕਹਿ ਰਹੇ ਨੇ, ਆਏ ਪ੍ਰਭ ਸ਼ਰਨਾਗਤੀ। ਪ੍ਰਭੂ ਜੀ, ਮਾਲਕ ਜੀ ਤੇਰੀ ਸ਼ਰਨ ਵਿੱਚ ਆ ਗਏ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਕਿਰਪਾ ਨਿਧ ਦਿਆਲ। ਸਾਨੂੰ ਇਹ ਪਤਾ ਹੈ ਤੂੰ ਕਿਰਪਾ ਦਾ ਘਰ ਹੈ, ਕਿਰਪਾਲੂ ਹੈ, ਦਿਆਲੂ ਹੈ, ਤੂੰ ਖਜ਼ਾਨਾ ਹੈ, ਦਇਆ ਕਰਨ ਵਾਲਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਇੱਕ ਅੱਖਰ ਵੀ ਜੇ ਗੁਰੂ ਦੀ ਬਾਣੀ ਦਾ, ਗੁਰੂ ਦੀ ਵਿਚਾਰ ਦਾ ਸਾਡੇ ਮਨ ਅੰਦਰ ਵਸ ਜਾਵੇ ਨਾ, ਗੁਰੂ ਸਾਹਿਬ ਜੀ ਕਹਿੰਦੇ ਮਨ ਨਿਹਾਲ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਖੁਸ਼ ਹੋ ਜਾਂਦਾ, ਆਨੰਦ ਵਿੱਚ ਆ ਜਾਂਦਾ, ਖੇੜੇ ਵਿੱਚ ਆ ਜਾਂਦਾ। ਸਤਿਗੁਰ ਮਹਾਰਾਜ ਦਾ ਇੱਕ ਬਚਨ ਪੜ੍ਹਦੇ ਹਾਂ ਜੀ ਆਪਾਂ ਜਪਜੀ ਸਾਹਿਬ ਦੀ ਬਾਣੀ ਅੰਦਰ। ਪਾਤਸ਼ਾਹ ਜੀ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਸ਼ਰਨ ਵਿੱਚ ਆ ਜਾਂਦੇ ਨੇ, ਜਿਹੜੇ ਉਸ ਖਜ਼ਾਨੇ ਦੇ ਨਾਲ ਸਾਂਝ ਬਣਾ ਲੈਂਦੇ ਨੇ, ਜਿਹਦੇ ਉੱਤੇ ਦਿਆਲੂ ਪਰਮਾਤਮਾ ਦਇਆ ਕਰ ਦਿੰਦਾ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਘਰ ਵਿੱਚ, ਉਹਨਾਂ ਦੇ ਮਨ ਵਿੱਚ ਸਦਾ ਵਿਕਾਸ ਬਣਿਆ ਰਹਿੰਦਾ ਹੈ। ਨਾਨਕ ਭਗਤ ਸਦਾ ਵਿਕਾਸ, ਖੇੜਾ ਬਣਿਆ ਰਹਿੰਦਾ, ਚਾਹ ਬਣਿਆ ਰਹਿੰਦਾ। ਸ਼ਲੋਕ ਦੇ ਰਾਹੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹੀ ਗੱਲ ਕਹਿ ਰਹੇ ਨੇ, ਕਿਣਕਾ ਮਾਤਰ ਸਿੱਖਿਆ ਤੇਰੇ ਮਨ ਅੰਦਰ ਜੇ ਵਸ ਜਾਵੇ, ਗੁਰੂ ਦੀ ਵਿਚਾਰ ਤੇਰੇ ਮਨ ਅੰਦਰ ਜੇ ਵਸ ਜਾਵੇ, ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਸੋਹਣੀ ਬਣ ਜਾਂਦੀ ਹੈ, ਜ਼ਿੰਦਗੀ ਸਚਿਆਰੀ ਬਣ ਜਾਂਦੀ ਹੈ, ਜ਼ਿੰਦਗੀ ਅੰਦਰ ਖੁਸ਼ਹਾਲੀ ਆ ਜਾਂਦੀ ਹੈ। ਸਭ ਤੋਂ ਪਹਿਲਾਂ ਮਹਾਰਾਜ ਨੇ ਗੱਲ ਕੀਤੀ ਹੈ ਸ਼ਰਨ ਵਿੱਚ ਆਉਣ ਦੀ। ਸ਼ਰਨ ਵਿੱਚ ਆਉਣ ਦਾ ਅਰਥ ਹੁੰਦਾ ਜੀ ਸਮਰਪਿਤ ਕਰ ਦੇਣਾ। ਇਹ ਕਰਮ ਇੰਦਰੇ, ਗਿਆਨ ਇੰਦਰੇ, ਭਾਵ ਇਹ ਸਮੁੱਚਾ ਸਰੀਰ ਦਾ ਢਾਂਚਾ, ਸਰੀਰ ਨੂੰ ਚਲਾਉਣ ਵਾਲਾ ਜਿਹੜਾ ਮਨ ਹੈ, ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਗਿਆ। ਸਰੀਰ ਤਾਂ ਰੋਜ਼ਾਨਾ ਹੀ ਆਉਂਦਾ ਹੈ, ਸਰੀਰ ਤਾਂ ਗੁਰੂ ਦੇ ਦੁਆਰੇ ਤੇ ਰੋਜ਼ਾਨਾ ਹੀ ਆਉਂਦਾ ਹੈ, ਪਰ ਗੁਰੂ ਨੂੰ ਪ੍ਰਵਾਨ ਉਦੋਂ ਹੋਣਾ ਜਦੋਂ ਮਨ ਕਰਕੇ ਹਾਜ਼ਰ ਹੋ ਗਿਆ। ਸਰੀਰ ਕਰਕੇ ਤਾਂ ਮਹਾਰਾਜ ਨੇ ਬਹੁਤ ਵਾਰ ਬਚਨ ਆਖਿਆ ਜੀ, ਸਰੀਰ ਕਰਕੇ ਤਾਂ ਭਾਵੇਂ 100 ਗੇੜੇ ਲਾਈ ਜਾ, 1000 ਗੇੜੇ ਲਾਈ ਜਾ, ਪਰ ਜਿੰਨਾ ਚਿਰ ਤੇਰਾ ਮਨ ਹਾਜ਼ਰ ਨਹੀਂ ਹੁੰਦਾ, ਮਨ ਗੁਰੂ ਦੀ ਗੱਲ ਨੂੰ ਕਬੂਲ ਨਹੀਂ ਕਰਦਾ, ਅੰਦਰ ਨਹੀਂ ਵਸਾਉਂਦਾ, ਉਹਨਾਂ ਚਿਰ ਜ਼ਿੰਦਗੀ ਅੰਦਰ ਟਿਕਾ ਆਨੰਦ ਨਹੀਂ ਬਣ ਸਕਦਾ। ਸਤਿਗੁਰ ਮਹਾਰਾਜ ਨੇ ਬਚਨ ਆਖਿਆ ਜੀ, ਭਾਵੇਂ 100 ਗੇੜਾ ਆਵੋ ਜਾਓ, ਮਨ ਪ੍ਰਤੀਤ ਨਾ ਆਈਏ, ਸ਼ਬਦ ਨਾ ਲਾਗੋ ਭਾਵ। ਪਾਤਸ਼ਾਹ ਜੀ ਕਹਿੰਦੇ, ਜੇ ਪ੍ਰਤੀਤ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਭਾਵੇਂ 100 ਗੇੜੇ ਮਾਰੀ ਜਾ, ਉਸ ਨੂੰ ਸੁੱਖ ਨਾ ਉਪਜੇ। ਗੱਲ ਤਾਂ ਇੱਥੇ ਸੁੱਖ ਦੀ ਕਰ ਰਹੇ ਨੇ ਨਾ, ਗੱਲ ਤਾਂ ਮਹਾਰਾਜ ਟਿਕਾ ਦੀ ਕਰ ਰਹੇ ਨੇ। ਜ਼ਿੰਦਗੀ ਅੰਦਰ ਟਿਕਾ ਸੁੱਖ ਤਾਂ ਹੀ ਬਣ ਸਕਦਾ ਜੇ ਸਾਡਾ ਮਨ ਗੁਰੂ ਦੀ ਹਜ਼ੂਰੀ ਕਬੂਲੇਗਾ, ਜੇ ਸਾਡਾ ਮਨ ਗੁਰੂ ਦੀ ਹਜ਼ੂਰੀ ਵਿੱਚ ਰਹਿਣਾ ਸਿੱਖ ਗਿਆ। ਇੱਕ ਹੁੰਦਾ ਸਰੀਰ ਕਰਕੇ ਬਹਿਣਾ, ਇੱਕ ਹੁੰਦਾ ਮਨ ਕਰਕੇ ਬਹਿਣਾ। ਗੁਰੂ ਨੇ ਪ੍ਰਵਾਨ ਕਰਿਆ ਜੀ ਜਿਹੜਾ ਮਨ ਕਰਕੇ ਬਹਿੰਦਾ। ਸਤਿਗੁਰੂ ਮਹਾਰਾਜ ਕਹਿੰਦੇ, ਪ੍ਰਭ ਕੀ ਉਸਤਤ
ਕਰੋ ਸੰਤ ਮੀਤ ਸਾਵਧਾਨ। ਇਕਾਗਰ ਚੀਤ ਦੀ ਗੱਲ ਕੀਤੀ ਹੈ। ਇਕਾਗਰਤਾ ਦੇ ਅਰਥ ਹੁੰਦਾ ਟਿਕਾ, ਲਗਨ ਦੇ ਨਾਲ, ਪਿਆਰ ਦੇ ਨਾਲ ਗੁਰੂ ਦੇ ਬਚਨਾਂ ਨੂੰ ਸੁਣਨਾ ਤੇ ਸਮਝਣਾ। ਇਹ ਸ਼ਲੋਕ ਦੀ ਵਿਚਾਰ ਸੀ ਜੀ ਕਿ ਪੌੜੀ ਦੇ ਅੰਦਰ ਮਹਾਰਾਜ ਸਾਡੇ ਸਨਮੁਖ ਵਿਚਾਰ ਰੱਖ ਰਹੇ ਨੇ। ਪਾਤਸ਼ਾਹ ਜੀ ਕਹਿ ਰਹੇ ਨੇ, ਅੱਖਰ ਮੈਂ ਤ੍ਰਿਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਥੋੜਾ ਗੌਰ ਦੇ ਨਾਲ ਇਹਨੂੰ ਸਮਝਿਓ। ਅੱਖਰ ਦਾ ਜਿਹੜਾ ਅਰਥ ਇੱਥੇ ਦਿੱਤਾ ਜੀ ਹੁਕਮ ਦੇ ਵਿੱਚ, ਅੱਖਰ ਮੈਂ ਹੁਕਮ ਦੇ ਵਿੱਚ ਰੱਬ ਦੀ ਨਿਜਮ ਦੇ ਅੰਦਰ, ਰੱਬੀ ਭਾਣੇ ਦੇ ਅੰਦਰ ਪਾਤਸ਼ਾਹ ਜੀ ਸਮਝਾ ਰਹੇ ਨੇ ਇਹ ਤਿੰਨ ਭਵਨ, ਸਾਰਾ ਹੀ ਜਗਤ, ਸਾਰਾ ਸੰਸਾਰ ਕਹਿ ਲਓ, ਗੁਰੂ ਨੇ ਆਪਣੇ ਹੁਕਮ ਵਿੱਚ ਹੀ ਬਣਾਇਆ, ਰਚਿਆ। ਕਿਵੇਂ ਬਣਾਇਆ? ਆਸਾ ਦੀ ਵਾਰ ਦੀ ਆਪਾਂ ਪੌੜੀ ਸਾਰੇ ਪੜ੍ਹਦੇ ਹਾਂ ਜੀ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਉਹਨੂੰ ਮੂਲ ਮੰਤਰ ਦੇ ਵਿੱਚੋਂ ਪੜ੍ਹਦੇ ਹਾਂ ਜੀ। ਉਹਦਾ ਗੁਣਾ ਸਭ ਤੋਂ ਵੱਡਾ ਸਹਿਭੰ, ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਤੁਸੀਂ ਦੁਨੀਆ ਅੰਦਰ ਵੇਖੋਗੇ, ਸੰਸਾਰ ਅੰਦਰ ਵੇਖੋਗੇ, ਬਹੁਤ ਰੱਬ ਬਣੇ ਬੈਠੇ ਨੇ ਇੱਥੇ। ਕੋਈ ਸਿਰ ਤੇ ਹੱਥ ਧਰਦਾ, ਕੋਈ ਚਿਮਟਾ ਮਾਰ ਕੇ ਕਹਿੰਦਾ ਮੈਂ ਰੱਬ ਬਣ ਗਿਆ। ਬਹੁਤ ਰੱਬ ਤੁਹਾਨੂੰ ਮਿਲ ਜਾਣਗੇ, ਪਰ ਗੁਰਬਾਣੀ ਦੇ ਮੁਤਾਬਕ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਰੱਬ ਦੀ ਜਿਹੜੀ ਵਿਸ਼ੇਸ਼ਤਾ ਹੀ ਹੈ ਨਾ, ਉਹਨੂੰ ਬਣਾਉਣ ਵਾਲਾ ਕੋਈ ਨਹੀਂ ਹੈ। ਜਿਹਨੂੰ ਬਾਣੀ ਵਿੱਚ ਆਖਿਆ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਪਾਤਸ਼ਾਹ ਜੀ ਨੇ ਇੱਥੇ ਇਹ ਗੱਲ ਆਪਾਂ ਨੂੰ ਕਹੀ ਹੈ, ਤਿਰਭਵਨ। ਤਿਰਭਵਨ ਦਾ ਅਰਥ ਤਿੰਨੇ ਭਵਨ। ਇਹ ਕਹਿ ਲਓ ਸਮੁੱਚਾ ਸੰਸਾਰ, ਸਮੁੱਚੀ ਕਾਇਨਾਤ ਸ੍ਰਿਸ਼ਟੀ ਨੂੰ ਸਾਜਣ ਵਾਲਾ ਇੱਕ ਵਾਹਦ, ਇੱਕ ਪ੍ਰਮਾਤਮਾ ਹੈ, ਜਿਹਨੂੰ ਰੱਬ ਕਹਿ ਲਓ, ਭਾਵੇਂ ਨਿਜਮ ਕਹਿ ਲਓ, ਅੱਲਾ ਕਹਿ ਲਓ, ਰਾਮ ਕਹਿ ਲਓ, ਪਰਮੇਸ਼ਰ ਕਹਿ ਲਓ, ਨਾਮ ਕੋਈ ਮਰਜ਼ੀ ਲੈ ਲਓ। ਨਾਮ ਉਹਦੇ ਅਨੇਕਾਂ ਨੇ, ਪਰ ਇੱਥੇ ਦੂਸਰਾ ਤੀਸਰਾ ਨਹੀਂ ਹੈ ਉਸ ਨੂੰ, ਸੰਸਾਰ ਨੂੰ ਬਣਾਉਣ ਵਾਲਾ। ਵੱਖ-ਵੱਖ ਧਰਮਾਂ ਦੀ ਵਿਚਾਰ ਹੋ ਸਕਦੀ ਹੈ, ਵੱਖ-ਵੱਖ ਗ੍ਰੰਥਾਂ ਦੀ ਵਿਚਾਰ ਹੋ ਸਕਦੀ ਹੈ ਵੀ ਸ੍ਰਿਸ਼ਟੀ ਇਸ ਤਰ੍ਹਾਂ ਬਣੀ, ਧਰਤੀ ਇਸ ਤਰ੍ਹਾਂ ਬਣਾਈ, ਪਰ ਰੱਬ ਜੀ ਦਾ ਜਿਹੜਾ ਵਿਧਾਨ ਹੈ, ਰੱਬ ਜੀ ਦਾ ਜਿਹੜਾ ਹੁਕਮ ਹੈ, ਮਹਾਰਾਜ ਕਹਿੰਦੇ ਉਹ ਸਭ ਕੁਝ ਬਣਾਉਣ ਵਾਲਾ, ਬਣਾ ਕੇ ਵਿੱਚ ਬੈਠਾ ਵੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਆਪਣੇ ਆਪ ਨੂੰ ਸਾਜਿਆ, ਨਾਮਣਾ ਵੀ ਆਪਣਾ ਆਪ ਕਾਇਮ ਕੀਤਾ। ਕੁਦਰਤ ਨੂੰ ਬਣਾ ਕੇ ਵਿੱਚ ਵਸਿਆ ਹੋਇਆ। ਦੁਈ ਕੁਦਰ ਸਾਜੀਏ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੇ ਪਸਾਓ। ਤੂੰ ਜਾਣਾ ਉਹੀ ਸਭ ਸੈ, ਤੂੰ ਜਾਣਾ ਉਹੀ ਸਭ ਸੈ, ਦੇ ਲੈਸੈ ਜਿੰਦ ਕਬਾਓ, ਕਰ ਆਸਣ ਡਿਠੋ ਚਾਓ। ਦਾਤਾ ਵੀ ਦੇਣ ਵਾਲਾ ਤੂੰ ਹੀ ਹੈ, ਕਰਤਾ ਵੀ ਤੂੰ ਹੀ ਹੈ, ਆਸਣ ਲਾ ਕਰਕੇ ਬੈਠਾ ਵੀ ਸਾਰੇ ਕਿਤੇ ਰੱਬ ਜੀ ਤੂੰ ਹੈ। ਤਿੰਨੇ ਭਵਨਾਂ ਦੇ ਅੰਦਰ, ਸਾਰੇ ਸੰਸਾਰ ਦੇ ਅੰਦਰ ਉਸ ਮਾਲਕ ਦਾ ਵਾਸ ਹੈ ਜੀ, ਜਿਹਨੂੰ ਬਾਣੀ ਨੇ ਕਿਹਾ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਮਾਲਕ ਹਰੇਕ ਘਟ ਦੇ ਅੰਦਰ ਵਸਦਾ, ਹਰੇਕ ਹਿਰਦੇ ਅੰਦਰ ਵਸਦਾ ਹੈ। ਦੁਨੀਆ ਅੰਦਰ ਉਹ ਵਸ ਰਿਹਾ ਮਾਲਕ। ਇੱਥੇ ਇਹੀ ਪੌੜੀ ਦੇ ਅੰਦਰ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਸੀ, ਅੱਖਰ ਮੈਂ, ਅੱਖਰ ਦਾ ਅਰਥ ਹੁਕਮ ਦੇ ਵਿੱਚ, ਨਿਜਮ ਦੇ ਤਹਿਤ। ਜੋ ਨਿਜਮ ਬਣਾਤਾ ਉਹ ਅਟੱਲ ਹੈ ਜੀ। ਜੋ ਮਾਲਕ ਨੇ, ਜਦੋਂ ਨਿਜਮ ਦੀ ਵਿਆਖਿਆ ਕਰਾਂਗੇ ਨਾ, ਨਿਜਮ ਬਣਾਤਾ ਸਭ ਲਈ ਅਟੱਲ ਹੈ, ਭਾਵੇਂ ਕੋਈ ਵੱਡਾ ਭਾਵੇਂ ਛੋਟਾ, ਅਮੀਰ ਗਰੀਬ, ਇੱਕੋ ਜਿਹਾ ਨਿਜਮ ਹੈ ਸਾਰਿਆਂ ਵਾਸਤੇ। ਕੁਦਰਤੀ ਦਾਤਾਂ ਦੀ ਗੱਲ ਕਰੀਏ ਨਾ, ਕੁਦਰਤੀ ਦਾਤਾਂ ਵੀ ਸਭ ਨੂੰ ਇੱਕੋ ਜਿਹੀਆਂ ਪ੍ਰਦਾਨ ਹੁੰਦੀਆਂ ਨੇ। ਬੰਦਾ ਕਿਸੇ ਨਾਲ ਈਰਖਾ ਕਰ ਸਕਦਾ ਹੈ, ਨਫ਼ਰਤ ਕਰ ਸਕਦਾ ਹੈ, ਭੇਦਭਾਵ ਕਰ ਸਕਦਾ ਹੈ, ਪਰ ਰੱਬ ਕਿਸੇ ਨਾਲ ਭੇਦਭਾਵ ਨਹੀਂ ਕਰਦਾ। ਰੱਬ ਦੀ ਕੋਈ ਜਾਤ ਵਰਨ ਕੁੱਲ ਕੋਈ ਨਹੀਂ ਹੈ। ਉਹ ਸਭ ਨੂੰ ਇੱਕੋ ਅੱਖ ਨਾਲ ਵੇਖਦਾ, ਬਰਾਬਰ ਵੇਖਦਾ ਹੈ। ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰ ਸਕਦੇ ਹਾਂ, ਪਰ ਪ੍ਰਮਾਤਮਾ ਦਾ ਨਿਯਮ ਸਭ ਲਈ ਅਟੱਲ ਹੈ। ਸੂਰਜ ਊਰਜਾ ਦੀ ਗੱਲ ਕਰ ਲਓ, ਪਾਣੀ ਦੀ ਗੱਲ ਕਰ ਲਓ, ਕੁਦਰਤੀ ਜਿੰਨੀਆਂ ਵੀ ਦਾਤਾਂ ਨੇ ਸਭ ਨੂੰ ਪ੍ਰਦਾਨ ਹੁੰਦੀਆਂ ਨੇ, ਭਾਵੇਂ ਮਹਿਲਾ ਵਾਲਾ ਭਾਵੇਂ ਕੁੱਲੀਆਂ ਵਾਲਾ ਹੈ। ਹੁਕਮ ਜੋ ਬਣਾ ਦਿੱਤਾ ਇੱਕ ਵਾਰ ਨਾ, ਅਟੱਲ ਹੈ, ਇੱਕੋ ਜਿਹੀ ਹੈ। ਸਤਿਗੁਰੂ ਜੀ ਮਹਾਰਾਜ ਕਹਿ ਰਹੇ ਨੇ, ਅੱਖਰ ਮੈਂ ਕਰ ਵੇਦ ਵਿਚਾਰੇ। ਜਿੰਨੇ ਵੀ ਇਹ ਦੁਨੀਆ ਦੇ ਉੱਤੇ ਵੇਦ ਕਹਿ ਲਈਏ, ਗ੍ਰੰਥ ਕਹਿ ਲਈਏ, ਸਭ ਉਹਦੇ ਨਿਯਮ ਦੇ ਤਹਿਤ ਬਣੇ। ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਸਿਮਰਤੀਆਂ ਸ਼ਾਸਤਰ
ਇਹ ਸਭ ਕੁਝ ਧਰਮ ਗ੍ਰੰਥਾਂ ਦੀ ਮਹਾਰਾਜ ਗੱਲ ਕਰ ਰਹੇ ਨੇ, ਬਣਾਏ ਗਏ। ਅੱਖਰ ਨਾਦ ਕਥਨ ਮਖਿਆਨਾ, ਹੁਕਮ ਦੇ ਤਹਿਤ ਹੀ ਨਾਦ ਕਥਨ ਮਖਿਆਨਾ ਮਹਾਰਾਜ ਇੱਥੇ ਜਿਹੜੀ ਗੱਲ ਕਰਦੇ ਪਏ ਨੇ ਜੀ। ਸਤਿਗੁਰੂ ਜੀ ਕਹਿ ਰਹੇ ਨੇ ਸਾਰੇ ਸ਼ਾਸਤਰ ਸਿਮਰਤੀਆਂ ਤੇ ਪੁਰਾਣ ਪ੍ਰਭੂ ਦੇ ਹੁਕਮ ਦਾ ਪ੍ਰਗਟਾਵਾ ਹਨ। ਹੁਕਮ ਦੇ ਤਹਿਤ ਸਭ ਕੁਝ ਬਣਿਆ, ਇਹ ਸਾਜਿਆ ਗਿਆ। ਇਹਨਾਂ ਪੁਰਾਣਾ ਸ਼ਾਸਤਰਾਂ ਦੇ ਸਿਮਰਤੀਆਂ ਤੇ ਕੀਰਤਨ ਕਥਾ ਵਿਖਿਆਨ ਵੀ ਪ੍ਰਭੂ ਦਾ ਹੁਕਮ, ਪ੍ਰਭੂ ਦੇ ਹੁਕਮ ਦੀ ਗੱਲ ਕਰਦੇ ਨੇ। ਮਾਲਕ ਦੇ ਹੁਕਮ ਦਾ ਪ੍ਰਗਟਾਵਾ ਹੈ, ਜਿਹੜੇ ਅਖਰੀ ਅਰਥ ਆਪਾਂ ਪੜ੍ਹਦੇ ਹਾਂ ਰੂਟੀਨ ਦੇ ਵਿੱਚ ਜੀ। ਇੱਥੇ ਸਤਿਗੁਰੂ ਮਹਾਰਾਜ ਨੇ ਜਿਹੜੀ ਆਪਾਂ ਨੂੰ ਵਿਚਾਰ ਦਿੱਤੇ ਵੀ ਸਭ ਕੁਝ ਉਸ ਮਾਲਕ ਦੇ ਹੁਕਮ ਤਹਿਤ ਹੋ ਰਿਹਾ ਹੈ। ਜਿਹਨੂੰ ਆਪਾਂ ਬਾਣੀ ਦਾ ਇਹ ਵੀ ਵਚਨ ਪੜ੍ਹ ਲੈਂਦੇ ਹਾਂ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਇਹ ਗੱਲ ਚੇਤੇ ਰੱਖਿਓ ਜਦੋਂ ਅਸੀਂ ਬਾਣੀ ਦੀ ਵਿਚਾਰ ਪੜ੍ਹਦੇ ਹਾਂ ਨਾ, ਜਦੋਂ ਆਪਾਂ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਕਰਦੇ ਹਾਂ, ਧਾਰਮਿਕ ਪੁਸਤਕ ਦੀ ਗੱਲ ਕਰਦੇ ਹਾਂ, ਜਿਹੜੀ ਵਿਚਾਰ ਮਾਨਵਤਾ ਨੂੰ, ਮਨੁੱਖਤਾ ਨੂੰ ਪਿਛਾਂਹ ਵੱਲ ਸੁੱਟਦੀ ਆ ਨਾ, ਉਸ ਵਿਚਾਰ ਨੂੰ ਗੁਰੂ ਨੇ ਕਬੂਲ ਨਹੀਂ ਕੀਤਾ। ਜਿਹੜੀ ਵਿਚਾਰ, ਜਿਹੜੀ ਸਿਮਰਤੀ ਕਹਿ ਲਓ, ਕੋਈ ਵੀ ਗੱਲ ਕਰ ਲਈਏ, ਮਾਨਵਤਾ ਨੂੰ ਪਿਛਾਂਹ ਵੱਲ ਸੁੱਟਦੀ ਹੈ, ਗੁਰੂ ਨੂੰ ਉਹ ਵਿਚਾਰ ਪ੍ਰਵਾਨਗੀ ਨਹੀਂ ਹੈ। ਠੀਕ ਆ, ਆਪਾਂ ਇੱਕ ਲੜੀ ਦੇ ਤੇ ਪੜ੍ਹ ਰਹੇ ਆ, ਹੁਕਮ ਦਾ ਅਰਥ ਕੀ ਹੈ? ਇਹ ਸਭ ਕੁਝ ਬਣਾਇਆ ਗਿਆ, ਸਾਜਿਆ ਗਿਆ। ਦੁਨੀਆ ਦੇ ਆਪਾਂ ਤਮਾਮ ਜਦੋਂ ਗ੍ਰੰਥਾਂ ਦੀ ਗੱਲ ਕਰਦੇ ਹਾਂ, ਇਹਨਾਂ ਨੂੰ ਸਾਜਣ ਵਾਲੇ, ਬਣਾਉਣ ਵਾਲਿਆਂ ਦੀ ਗੱਲ ਕਰਦੇ ਹਾਂ। ਹੁਕਮ ਦੇ ਤਹਿਤ ਆਏ, ਹੁਕਮ ਦੇ ਤਹਿਤ ਚਲੇ ਗਏ। ਸਤਿਗੁਰੂ ਮਹਾਰਾਜ ਅੱਗੇ ਆਪਾਂ ਨੂੰ ਜਿਹੜੀ ਵਿਚਾਰ ਦੇ ਰਹੇ ਨੇ, ਸਤਿਗੁਰੂ ਮਹਾਰਾਜ ਸਮਝਾ ਰਹੇ ਨੇ ਜੀ। ਅੱਖਰ ਮੁਕਤ ਜੁਗਤ ਪੈ ਭਰਮਾ, ਅੱਖਰ ਕਿਰਤ ਸੁਚ ਧਰਮਾ। ਦੁਨੀਆ ਦੇ ਡਰਾਂ ਭਰਮਾਂ ਤੋਂ ਖਲਾਸੀ ਲੱਭਣੀ ਵੀ ਪ੍ਰਭੂ ਦੇ ਹੁਕਮ ਦਾ ਪ੍ਰਕਾਸ਼ ਹੈ। ਮਨੁੱਖ ਜਨਮ ਵਿੱਚ ਕਰਨਯੋਗ ਜਿਹੜਾ ਕਰਮਾਂ ਦੀ ਪਛਾਣ ਕਰਨੀ ਹੈ ਨਾ, ਆਤਮਾ ਪਵਿੱਤਰ, ਆਤਮਾ ਨੂੰ ਪਵਿੱਤਰ ਕਰਨਾ, ਨਿਯਮਾਂ ਦੀ ਭਾਲ, ਉਸ ਮਾਲਕ ਦੇ ਜਿਹੜੇ ਨਿਯਮਾਂ ਨੂੰ ਜ਼ਿੰਦਗੀ ਦਾ ਆਧਾਰ ਬਣਾ ਲੈਣਾ, ਇਹ ਪ੍ਰਭੂ ਦੇ ਹੁਕਮ ਦਾ ਇਹ ਨਤੀਜਾ ਕਹਿ ਲਓ, ਰਿਜ਼ਲਟ ਕਹਿ ਲਓ, ਇੱਕ ਦ੍ਰਿਸ਼ ਹੈ। ਜਦੋਂ ਆਤਮ ਪਵਿੱਤਰ ਹੋ ਗਈ ਤਾਂ ਸਭ ਕੁਝ ਸਾਨੂੰ ਪਵਿੱਤਰ ਦਿਖੇਗਾ। ਜਦੋਂ ਮਨ ਪਵਿੱਤਰ ਹੋ ਗਿਆ, ਸਤਿਗੁਰੂ ਮਹਾਰਾਜ ਅੱਗੇ ਸਮਝਾ ਰਹੇ ਨੇ ਜੀ ਆਪਾਂ ਨੂੰ ਇਸ ਪੰਕਤੀਆਂ ਦੇ ਅੰਦਰ, ਅੱਖਰ ਮੁਕਤ ਜੁਗਤ ਪੈ ਭਰਮਾ। ਗੁਰੂ ਦੇ ਹੁਕਮ ਤਹਿਤ ਹੀ ਅਸੀਂ ਮੁਕਤੀ ਦੇ ਰਾਹ ਵਿੱਚ ਪੈ ਜਾਂਦੇ ਹਾਂ, ਜੁਗਤੀ ਸਾਨੂੰ ਲੱਭ ਜਾਂਦੀ ਆ, ਭਰਮਾਂ ਤੋਂ ਬਚ ਜਾਂਦੇ, ਡਰ ਤੋਂ ਬਚ ਜਾਂਦੇ ਹਾਂ। ਅੱਖਰ ਕਰਮ ਕਿਰਤ ਸੁਚ ਧਰਮਾ, ਮਾਲਕ ਦੇ ਹੁਕਮ ਤਹਿਤ ਹੀ ਸਾਡੀ ਆਤਮਾ ਪਵਿੱਤਰ ਹੋ ਜਾਂਦੀ ਹੈ, ਵਧੀਆ ਬਣ ਜਾਂਦੀ ਹੈ। ਅੱਗੇ ਸਤਿਗੁਰੂ ਜੀ ਕਹਿ ਰਹੇ ਨੇ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਦ੍ਰਿਸ਼ਟਮਾਨ ਦਾ ਅਰਥ ਕੀ ਹੈ ਜੀ? ਸਤਿਗੁਰੂ ਜੀ ਕਹਿ ਰਹੇ ਨੇ, ਜਿੰਨਾ ਇਹ ਸੰਸਾਰ ਸਾਨੂੰ ਦਿਸਦਾ ਹੈ ਨਾ, ਇਹ ਸਾਰਾ ਪ੍ਰਭੂ ਦੇ ਹੁਕਮ ਦਾ ਸਰਗੁਣ ਰੂਪ ਹੈ, ਦ੍ਰਿਸ਼ਟਮਾਨ ਹੈ। ਹੁਕਮ ਦਾ ਪਾਤਸ਼ਾਹ ਜੀ ਕਹਿ ਰਹੇ ਨੇ, ਪਰ ਹੁਕਮ ਦਾ ਮਾਲਕ ਪ੍ਰਭੂ ਆਪ ਇਹ ਸਾਰੇ ਦੇ ਪ੍ਰਭਾਵ ਤੋਂ ਪਰੇ ਹੈ। ਹੁਕਮ ਦਾ ਮਾਲਕ, ਹੁਕਮ ਕਰਨ ਵਾਲਾ ਮਾਲਕ, ਜਿਹਨੂੰ ਮਹਾਰਾਜ ਨੇ ਕਿਹਾ ਨਿਰੰਜਨ, ਮਾਇਆ ਦੀ ਕਾਲਕ ਤੋਂ ਰਹਿਤ ਹੈ, ਸਭ ਕੁਝ ਬਣਾ ਕੇ ਸੱਜ ਕੇ ਉਸ ਮਾਲਕ ਨੇ ਦੁਨੀਆ ਤੇ, ਸੰਸਾਰ ਤੇ ਮਨੁੱਖ ਨੂੰ ਭੇਜਿਆ, ਬੰਦੇ ਨੂੰ ਭੇਜਿਆ ਇਸ ਦੁਨੀਆ ਤੇ ਚੰਗੇ ਕਰਮ ਕਮਾਉਣ ਵਾਸਤੇ। ਇੱਕ ਆਪਾਂ ਲੜੀ ਦੇ ਤੇ ਜਿਹੜੀ ਵਿਚਾਰ ਕਰ ਰਹੇ ਹਾਂ ਜੀ, ਇੱਕ ਸ਼ਲੋਕ ਦੀ ਤੇ ਇੱਕ ਪੌੜੀ ਦੀ ਵਿਚਾਰ ਕੀਤੀ ਹੈ। ਸ਼ਲੋਕ ਦੇ ਅੰਦਰ ਮਹਾਰਾਜ ਨੇ ਸ਼ਰਨ ਪੈਣ ਦੀ ਗੱਲ ਕੀਤੀ, ਇੱਕ ਮਾਲਕ ਦੇ ਹੁਕਮ ਨੂੰ ਸਮਝਣ ਦੀ ਗੱਲ ਕੀਤੀ ਪੌੜੀ ਦੇ ਅੰਦਰ। ਹੁਕਮ ਦੇ ਤਹਿਤ ਕਿੱਡਾ ਵੱਡਾ ਇਹ ਪਸਾਰਾ ਬਣਿਆ, ਸਾਜਿਆ ਗਿਆ, ਬਣਾਇਆ ਗਿਆ। ਹੁਕਮ ਨੂੰ ਸਮਝ ਕੇ ਹੀ ਜ਼ਿੰਦਗੀ ਅੰਦਰ ਗੁਣ ਪੈਦਾ ਹੁੰਦੇ ਨੇ, ਆਤਮਾ ਪਵਿੱਤਰ ਹੋ ਜਾਂਦੀ ਹੈ। ਇਹ ਅੱਖਰੀ ਅਰਥ ਨਾਲ ਆਪਾਂ ਥੋੜ੍ਹੇ ਥੋੜ੍ਹੇ ਭਾਵ ਦੀ ਵੀ ਗੱਲ ਕੀਤੀ ਹੈ। ਬਾਣੀ ਦਾ ਜਿਹੜਾ ਭਾਵ, ਅਸਲ ਸੱਚਾਈ ਕੀ ਹੈ, ਗੁਰੂ ਕਿਰਪਾ ਕਰੇ ਜੀ, ਇੰਨੀ ਬੇਨਤੀ ਪ੍ਰਵਾਨ ਕਰਿਓ। ਲੜੀਵਾਰ ਜਿਹੜੀ ਵਿਚਾਰ ਚੱਲ ਰਹੀ, ਆਓ ਆਪਾਂ ਗੁਰਮੁਖੋ ਲੜੀਵਾਰ ਵਿਚਾਰ ਦੇ ਨਾਲ ਜੁੜ ਜਾਈਏ।
ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ ਜੀ, ਦਸ਼ਮੇਸ਼ ਪਿਤਾ ਦੇ ਜੀਵਨ ਬਾਰੇ ਵਿਚਾਰ ਚੱਲ ਰਹੀ ਹੈ। ਆ ਪੋਹ ਦਾ ਜਿਹੜਾ ਮਹੀਨਾ ਅੱਗੇ 8 ਪੋਹ ਆਉਣਾ, 8 ਪੋਹ ਤੋਂ ਲੈ ਕੇ 13 ਪੋਹ ਤੱਕ ਗੁਰੂ ਸਾਹਿਬ ਦਾ ਪਰਿਵਾਰ ਦਾ ਵਿਛੋੜਾ ਹੁੰਦਾ ਹੈ। ਸਰਸਾ ਦੇ ਕੰਢੇ ਤੇ ਉਹ ਚਮਕੌਰ ਦੀ ਗੜੀ ਬਾਰੇ, ਜਿੱਥੇ ਸਤਿਗੁਰਾਂ ਦੇ ਦੋ ਵੱਡੇ ਪੁੱਤਰ ਲਖਤੇ ਜਿਗਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ ਪਾਤਸ਼ਾਹ ਜੀ ਆਪ ਗੁਰੂ ਕੀਆਂ ਫੌਜਾਂ ਉਹ ਚਮਕੌਰ ਦੀ ਕੱਚੀ ਗੜੀ ਵਿੱਚ ਜਾ ਕੇ ਆਪਣਾ ਨਿਵਾਸ ਲੈਂਦੇ ਨੇ। ਉੱਥੇ ਜਿਹੜੀ ਆਪਾਂ ਇੱਕ ਲੜੀ ਦੇ ਤਹਿਤ ਵਿਚਾਰ ਕਰਦੇ ਆ ਰਹੇ ਹਾਂ ਜੀ ਬੜੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੇ ਜੀਵਨ ਬਾਰੇ। ਕੱਲ ਆਪਾਂ ਕੇਂਦਰਾਂ ਬਾਰੇ ਗੱਲ ਕੀਤੀ, ਸਿੱਖੀ ਦੇ ਪ੍ਰਚਾਰ ਕੇਂਦਰਾਂ ਬਾਰੇ ਗੱਲ ਕੀਤੀ ਸੀ ਵੀ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਵੱਖ-ਵੱਖ ਨਗਰ ਵਸਾਏ, ਉੱਥੇ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਇਆ ਗਿਆ। ਸਿੱਖੀ ਦੀ ਗੱਲਬਾਤ, ਸਿੱਖੀ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਸੀ। ਪੌਂਟਾ ਸਾਹਿਬ ਬਾਰੇ ਆਪਾਂ ਗੱਲ ਕੀਤੀ ਸੀ। ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਦਾ ਸ਼ਿਕਾਰ ਖੇਡਣ ਵਾਸਤੇ ਜਾਣਾ, ਮਹਾਰਾਜ ਨੇ ਸ਼ਿਕਾਰ ਵੀ ਕੀਤਾ। ਦਸਵੇਂ ਪਾਤਸ਼ਾਹ ਜੀ ਨੇ ਜਿਹੜਾ ਮੁੱਖ ਕਾਰਨ ਸੀ ਸ਼ਿਕਾਰ ਖੇਡਣ ਜਾਣ ਦਾ, ਉਹ ਇਹੋ ਕਾਰਨ ਸੀ ਜੰਗਲੀ ਜਿਹੜੇ ਜਾਨਵਰ ਸੀ, ਸਤਿਗੁਰੂ ਮਹਾਰਾਜ ਨੇ ਸ਼ਿਕਾਰ ਕਿਉਂ ਕੀਤਾ। ਆਮ ਲੋਕ, ਆਮ ਸਾਰੇ ਹੀ ਲੋਕ ਜਿੰਨੇ ਵੀ ਉੱਥੇ ਹੈਗੇ ਸੀ, ਉਹਨਾਂ ਜਾਨਵਰਾਂ ਤੋਂ ਬੜੇ ਦੁਖੀ ਸੀ। ਰਾਹਤ ਦਵਾਈ ਮਹਾਰਾਜ ਨੇ। ਉਸ ਤੋਂ ਬਾਅਦ ਜਿਹੜੀ ਆਪਾਂ ਅੱਗੇ ਗੱਲ ਕਰਾਂਗੇ ਜੀ, ਇੱਕ ਲੜੀ ਤਹਿਤ ਜਿਹੜੀ ਵਿਚਾਰ ਚੱਲ ਰਹੀ ਹੈ, ਬਾਬਾ ਰਾਮ ਰਾਏ ਜੀ ਨਾਲ ਮਿਲਾਪ ਹੋਣਾ, ਦਸਵੇਂ ਪਾਤਸ਼ਾਹ ਜੀ ਦਾ। ਬਾਬਾ ਰਾਮ ਰਾਏ ਬਾਰੇ ਪਿਛਲੇ ਦੀਵਾਨਾਂ ਵਿੱਚ ਆਪਾਂ ਗੱਲ ਸਾਂਝੀ ਕੀਤੀ ਸੀ। ਬਾਬਾ ਰਾਮ ਰਾਏ ਜੀ ਹਰਿਰਾਏ ਸਾਹਿਬ ਜੀ ਦੇ, ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਸੁਪੁੱਤਰ ਸੀ ਬਾਬਾ ਰਾਮ ਰਾਏ ਜੀ। ਔਰੰਗਜ਼ੇਬ ਨਾਲ ਜਿਹੜੇ ਇਤਿਹਾਸਕਾਰ ਆਪਾਂ ਨੂੰ ਦੱਸਦੇ ਨੇ, ਲਿਖਦੇ ਨੇ, ਰਸੂਖ ਕਾਇਮ ਕਰਨ ਵਾਸਤੇ ਇਸ ਬਾਬਾ ਰਾਮ ਰਾਏ ਜੀ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਸੀ। ਇਹਨੇ ਗੁਰਬਾਣੀ ਦੀ ਇੱਕ ਤੁਕ ਬਦਲ ਦਿੱਤੀ ਸੀ। ਜਦੋਂ ਮਹਾਰਾਜ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੱਲਬਾਤ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਸੀ, ਤਵਾਰੀ ਕਹਿੰਦੀ, ਇਤਿਹਾਸਕਾਰ ਕਹਿੰਦੇ ਨੇ, ਜਿਵੇਂ ਪੜ੍ਹਦੇ ਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਬਾਬਾ ਜੀ ਨੇ ਇੱਥੇ ਇਤਿਹਾਸਕਾਰ ਕਹਿੰਦੇ ਨੇ ਇਹ ਗੱਲ ਕਹਿ ਦਿੱਤੀ ਸੀ, ਮਿੱਟੀ ਬੇਈਮਾਨ ਕੀ, ਪਰ ਜੋ ਅਸਲ ਸ਼ਬਦ ਹੈ ਗੁਰਬਾਣੀ ਵਿੱਚ ਉਹ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਗੁਰਬਾਣੀ ਵਿੱਚ ਆਸਾ ਦੀ ਵਾਰ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ, ਬਾਬੇ ਨਾਨਕ ਦੀ ਬਾਣੀ ਹੈ। ਇਸ ਕਰਕੇ ਬਾਬਾ ਰਾਮ ਰਾਏ ਜੀ ਨੂੰ ਇਹ ਭਾਰੀ ਗਲਤੀ ਕਰਨ ਦੇ ਕਾਰਨ, ਕਿਉਂਕਿ ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ, ਨਾ ਕੋਈ ਕਰ ਸਕਦਾ, ਨਾ ਕੀਤੀ ਜਾ ਸਕਦੀ ਹੈ। ਜੋ ਗੁਰੂ ਨੇ ਲਿਖ ਦਿੱਤਾ ਉਹਨੂੰ ਸੱਤ ਕਰਕੇ ਕਬੂਲ ਕਰਨਾ ਪਵੇਗਾ। ਉਹ ਸੱਤ ਹੈ, ਉਹ ਸੱਚ ਹੈ। ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ। ਤਵਾਰੀਖ ਇੱਕ ਗਵਾਹੀ ਭਰਦੀ ਆ, ਇਤਿਹਾਸ ਗਵਾਹੀ ਭਰਦਾ ਹੈ। ਬਾਬਾ ਰਾਮ ਰਾਏ ਜੀ ਨੇ ਇੱਕੋ ਪੰਕਤੀ ਬੋਲੀ, ਉਸ ਇੱਕ ਪੰਕਤੀ ਬੋਲੀ ਸੀ ਬਾਬਾ ਰਾਮ ਰਾਏ ਨੇ, ਉੱਥੇ ਬੇਈਮਾਨ ਕੀ ਕਹਿ ਦਿੱਤਾ ਸੀ, ਮਿੱਟੀ ਬੇਈਮਾਨ ਕੀ। ਪਰ ਉਸ ਵਕਤ ਬਾਬਾ ਰਾਮ ਰਾਏ ਜੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਉਸ ਵਕਤ ਬਾਬਾ ਰਾਮ ਰਾਏ ਜੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਇਤਿਹਾਸਕਾਰ ਅੱਗੇ ਜਿਹੜੀ ਗੱਲ ਲਿਖਦੇ ਨੇ ਜੀ, ਇਸ ਮੌਕੇ ਦਾ ਜਿਹੜਾ ਫਾਇਦਾ ਵੀ ਉਠਾਇਆ ਗੁਰੂ ਘਰ ਦੇ ਵਿਰੋਧੀ ਲੋਕਾਂ ਨੇ, ਵੀ ਗੁਰੂ ਸਾਹਿਬ ਦਾ ਵੱਡਾ ਜਿਹੜਾ ਪੁੱਤਰ ਬਾਬਾ ਰਾਮ ਰਾਏ ਹੈ, ਗੁਰੂ ਹਰਿਰਾਏ ਸਾਹਿਬ ਜੀ ਦਾ, ਇਹਨੂੰ ਆਪਣੇ ਨਾਲ ਮਿਲਾਉਣਾ ਚਾਹਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਸਿੱਖੀ ਦੀ ਜਿਹੜਾ ਬੂਟਾ ਹੈ, ਸਿੱਖੀ ਦੀ ਜਿਹੜੀ ਬੇੜੀ ਹੈ, ਇਹਨੂੰ ਡੋਬੀਏ। ਦੂਨ ਦਾ ਜਿਹੜਾ ਇਲਾਕਾ ਸੀ, ਇਤਿਹਾਸਕਾਰ ਲਿਖਦੇ ਨੇ ਵੀ ਦੂਨ ਦੇ ਇਲਾਕੇ ਵਿੱਚ ਬਾਬਾ ਰਾਮ ਰਾਏ ਜੀ ਨੂੰ ਕੋਈ ਜਗੀਰ ਵੀ ਭੇਟ ਕੀਤੀ ਸੀ, ਕੋਈ ਜ਼ਮੀਨ ਭੇਟ ਕਰ ਦਿੱਤੀ ਸੀ। ਸਰਕਾਰ ਨੇ ਖੁਦ ਦਿੱਤੀ ਸੀ ਜ਼ਮੀਨ। ਉਸ ਸਮੇਂ ਦਾ ਜਿਹੜਾ ਰਾਜਾ ਸੀ, ਉਸ ਸਮੇਂ ਦਾ ਜਿਹੜਾ ਸਰਕਾਰ ਸੀ, ਜਿਹੜਾ ਗੜ੍ਹਵਾਲ ਦਾ ਰਾਜਾ ਸੀ, ਪਿੱਛੇ ਆਪਾਂ ਗੱਲ ਕਰਦੇ ਆ, 5 ਪਿੰਡਾਂ
ਦੀ ਜਿਹੜੀ ਜਗੀਰ ਸੀ ਗੜ੍ਹਵਾਲ ਦੇ ਰਾਜੇ ਨੇ ਭੇਟ ਕੀਤੀ ਸੀ, ਕਿਉਂਕਿ ਬਾਬਾ ਰਾਮ ਰਾਏ ਗੁਰੂ ਜੀ ਦੇ ਪੁੱਤਰ ਸੀ, ਗੁਰੂ ਹਰਰਾਏ ਸਾਹਿਬ ਜੀ ਦੇ। ਇਹ ਵਿਰੋਧੀ ਲੋਕ ਬਾਬਾ ਰਾਮ ਰਾਏ ਜੀ ਨੂੰ ਨਾਲ ਮਿਲਾਣਾ ਕਿਉਂ ਚਾਹੁੰਦੇ ਸੀ? ਜ਼ਮੀਨਾਂ ਦੇ ਦਿੱਤੀਆਂ, ਦੂਨ ਦਾ ਇਲਾਕਾ ਸਾਰਾ ਦੇ ਦਿੱਤਾ, ਕਿਉਂਕਿ ਵੀ ਅਸੀਂ ਇਹਨਾਂ ਨੂੰ ਨਾਲ ਲੈ ਕਰਕੇ ਸਿੱਖੀ ਦਾ ਨੁਕਸਾਨ ਕਰਾਂਗੇ। ਇੱਥੇ ਦੂਨ ਦੇ ਇਲਾਕੇ ਵਿੱਚ ਹੌਲੀ ਹੌਲੀ ਸਮਾਂ ਪਾ ਕੇ ਬਾਬਾ ਰਾਮ ਰਾਏ ਜੀ ਦਾ ਬਹੁਤ ਵੱਡਾ ਡੇਰਾ ਬਣ ਗਿਆ। ਲੋਕਾਂ ਅੰਦਰ ਆਪਾਂ ਹੁਣ ਵੀ ਲੋਕਾਂ ਦਾ ਹਾਲ ਵੇਖਦੇ ਹਾਂ, ਪਹਿਲਾਂ ਵੀ ਆਪਾਂ ਥੋੜੇ ਪੁਰਾਤਨ ਸਮੇਂ ਦੀ ਗੱਲ ਕਰਾਂਗੇ। ਬਹੁਤ ਲੋਕ ਉਸ ਡੇਰੇ ਨਾਲ ਜੁੜ ਗਏ ਸੀ। ਇੱਥੋਂ ਤੱਕ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਜਿਹੜੇ ਮਸੰਦ ਸੀ, ਉਸ ਵਕਤ ਮਸੰਦ ਵੀ ਉਸ ਡੇਰੇ ਨਾਲ ਜੁੜੇ ਹੋਏ ਸੀ, ਕਿਉਂਕਿ ਮਸੰਦਾਂ ਦੀ ਤਾਂ ਪਹਿਲਾਂ ਹੀ ਲੋਕਾਂ ਅੰਦਰ ਥੋੜੀ ਜਾਣ ਪਛਾਣ ਬਣੀ ਹੋਈ ਸੀ। ਗੁਰੂ ਘਰ ਨੂੰ ਜਿਹੜੀ ਉਗਰਾਹੀ ਹੁੰਦੀ ਸੀ ਇਕੱਠੀ ਕਰਕੇ ਉਹ ਡੇਰੇ ਵਿੱਚ ਲੈ ਜਾਂਦੇ ਸੀ। ਜਿੰਨੀ ਵੀ ਉਗਰਾਹੀ ਹੁੰਦੀ ਸੀ, ਜਿੰਨਾ ਵੀ ਕੋਈ ਦਸਵੰਧ ਦਿੰਦਾ ਸੀ, ਇਕੱਠੀ ਕਰਕੇ ਸਾਰੀ ਉਗਰਾਹੀ ਡੇਰੇ ਵਿੱਚ ਲੈ ਜਾਂਦੇ ਸੀ। ਹੁਣ ਇੱਥੇ ਬਾਬਾ ਰਾਮ ਰਾਏ, ਜਦੋਂ 10ਵੇਂ ਪਾਤਸ਼ਾਹ ਨਾਲ ਬਾਬਾ ਰਾਮ ਰਾਏ ਦਾ ਮਿਲਾਪ ਹੁੰਦਾ, ਬਾਬਾ ਰਾਮ ਰਾਏ ਦੀ ਉਮਰ ਬਹੁਤ ਵਡੇਰੀ ਹੈ, ਬਜ਼ੁਰਗ ਨੇ ਬਾਬਾ ਰਾਮ ਰਾਏ ਜੀ। ਜਦੋਂ ਇਹ ਗੱਲ ਦਾ ਪਤਾ ਲੱਗਿਆ, ਬਾਬਾ ਰਾਮ ਰਾਏ ਜੀ ਨੂੰ ਪਾਤਸ਼ਾਹ 10ਵੇਂ ਗੁਰੂ ਇਸ ਇਲਾਕੇ ਦੇ ਵਿੱਚ, ਨਾਨ ਦੇ ਇਲਾਕੇ ਵਿੱਚ ਪਹੁੰਚੇ ਹੋਏ ਨੇ। ਬਾਬਾ ਰਾਮ ਰਾਏ ਜੀ ਨੇ ਮਿਲਣ ਦਾ ਇੱਕ ਸੁਨੇਹਾ ਦਿੱਤਾ, ਚਿੱਠੀ ਭੇਜੀ। ਸਤਿਗੁਰੂ ਮਹਾਰਾਜ ਨੇ ਉਸ ਸੁਨੇਹੇ ਨੂੰ ਕਬੂਲ ਕਰਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਠੀਕ ਹੈ ਭਾਈ, ਜ਼ਰੂਰ ਮਿਲਾਂਗੇ ਆ ਕੇ। ਇਤਿਹਾਸਕਾਰ ਇੱਥੇ ਜਿਹੜੀ ਗੱਲ ਲਿਖਦੇ ਨੇ, ਆਪਾਂ ਇੱਕ ਗੱਲ ਕਰ ਰਹੇ ਸੀ ਜੀ, ਮਸੰਦਾਂ ਤੋਂ ਬਾਬਾ ਰਾਮ ਰਾਏ ਤੰਗ ਵੀ ਆ ਚੁੱਕਿਆ ਸੀ, ਕਿਉਂਕਿ ਨਾ ਤਾਂ ਉਹ ਡੇਰਾਵਾਦ ਜਿਹੜਾ ਸਿਸਟਮ ਛੱਡ ਸਕਦੇ ਨੇ ਬਾਬਾ ਰਾਮ ਰਾਏ ਜੀ। ਜੇ ਛੱਡਦੇ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਾਨ ਦੇ ਮਗਰ ਕੌਣ ਪਏ ਹੋਏ ਨੇ? ਮਸੰਦ। ਕਿਉਂਕਿ ਮਸੰਦਾਂ ਨੇ ਉਹ ਡੇਰੇ ਤੇ ਮਸੰਦ ਵੀ ਕਹਿੰਦੇ ਸੀ ਵੀ ਸਾਡਾ ਕਬਜ਼ਾ, ਉਹ ਕਬਜ਼ਾ ਕਰਨਾ ਚਾਹੁੰਦੇ ਸੀ। ਇੱਧਰੋਂ ਬਾਬਾ ਰਾਮ ਰਾਏ, ਜਿਹੜੀ ਆਪਾਂ ਗੱਲ ਕਰਦੇ ਆ ਨਾ ਵੀ ਫਲਾਣੀ ਜਗ੍ਹਾ ਭੂਤਾਂ ਕੱਢੀਆਂ ਜਾਂਦੀਆਂ ਨੇ, ਉੱਥੇ ਧੌਲੀ ਧਾਰ ਥੱਲੇ ਇਸ਼ਨਾਨ ਕਰਕੇ ਇੰਨਾ ਕੁਝ ਦੂਰ ਹੋ ਜਾਂਦਾ, ਇਹ ਸਭ ਇੱਥੋਂ ਹੀ ਚੱਲਿਆ ਹੋਇਆ ਜੀ। ਜਿਹੜਾ ਦੂਨ ਦਾ ਇਲਾਕਾ ਤੁਸੀਂ ਪੜ੍ਹੋਗੇ ਨਾ, ਕਿਉਂ ਚੱਲਿਆ, ਇਹ ਸਾਰਾ ਆਪਾਂ ਕਿਸੇ ਦਿਨ ਵਿਚਾਰ ਕਰਾਂਗੇ। ਇਹ ਕੁਝ ਨਹੀਂ, ਇੱਕ ਅਡੰਬਰ, ਇੱਕ ਪਖੰਡ ਸਥਾਪਿਤ ਕੀਤਾ ਹੋਇਆ, ਇੱਕ ਅਡੰਬਰ ਬਣਾਇਆ ਹੋਇਆ, ਇੱਕ ਪਖੰਡ ਬਣਾਇਆ ਹੋਇਆ। ਇਸ ਤਰ੍ਹਾਂ ਭੂਤਾਂ ਕੌਣ ਕੱਢ ਦਿੰਦਾ? ਗੁਰਬਾਣੀ, ਮੈਂ ਅਕਸਰ ਗੱਲ ਕਰਦਾ ਵੀ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਮਾਨਤਾ ਹੀ ਨਹੀਂ ਦਿੰਦੀ। ਮੈਂ ਅਕਸਰ ਬੇਨਤੀ ਕਰਿਆ ਵੀ ਸਿੱਖ ਪਹਿਰਾਵੇ ਵਾਲੇ ਲੋਕ ਗਾਤਰੇ ਕੁਰਬਾਨਾਂ ਪਾਈਆਂ ਹੋਈਆਂ ਨੇ, ਆਓ ਸਾਡੇ ਕੋਲ ਚੌਂਕੀ ਭਰੋ, ਆਓ ਸਾਡੇ ਕੋਲ ਆਓ, ਅਸੀਂ ਇਲਾਜ ਕਰਦੇ ਹਾਂ। ਗੁਰੂ ਕੀ ਬਾਣੀ ਨੇ, ਗੁਰੂ ਸਾਹਿਬ ਨੇ ਆਪਣੇ ਸਮੇਂ ਅੰਦਰ ਇਹਨਾਂ ਲੋਕਾਂ ਦਾ ਡਟ ਕੇ ਵਿਰੋਧ ਕੀਤਾ ਹੈ। ਇਹ ਬਹੁਤ ਵੱਡੀ ਸਿੱਖੀ ਦੇ ਅੰਦਰ ਮਿਲਾਵਟ ਕਰ ਦਿੱਤੀ ਇਹਨਾਂ ਲੋਕਾਂ ਨੇ। ਬਾਲੀ ਨਹੀਂ, ਮੈਂ ਗੁਰਦੁਆਰਿਆਂ ਅੰਦਰ ਵੀ ਕਈ ਵਾਰੀ ਸਿਸਟਮ ਚੱਲਦਾ ਜੀ, ਇਹ ਕੋਈ ਲਾਚੀਆਂ ਕਰਕੇ ਦਿੰਦਾ, ਕੋਈ ਪਾਣੀ ਕਰਕੇ, ਪਰ ਮਹਾਰਾਜ ਇਹ ਚੀਜ਼ ਨੂੰ ਕਬੂਲ ਹੀ ਨਹੀਂ ਕਰਦੇ। ਸਤਿਗੁਰੂ ਮਹਾਰਾਜ ਤਾਂ ਕਹਿੰਦੇ ਨੇ, ਬਾਣੀ ਦੇ ਸ਼ਬਦ ਨਾਲ, ਗੁਰਬਾਣੀ ਦੇ ਗਿਆਨ ਨਾਲ ਆਪਣੇ ਮਨ ਨੂੰ ਧੋ। ਪਰ ਇੱਧਰ ਦੂਨ ਦਾ ਜਿਹੜਾ ਇਲਾਕਾ ਹੈ, ਦੂਨ ਦੇ ਇਲਾਕੇ ਵਿੱਚ ਬਹੁਤ ਵੱਡਾ ਇੱਕ ਡੇਰਾ ਬਣ ਗਿਆ। ਜਿਹੜੇ ਮਸੰਦ ਨੇ, ਮਸੰਦ ਵੀ ਬੜਾ ਤੰਗ ਕਰਦੇ ਨੇ। ਬਾਬਾ ਰਾਮ ਰਾਏ ਜੀ ਨੇ ਇੱਕ ਸੁਨੇਹਾ ਭੇਜਿਆ। ਇਤਿਹਾਸਕਾਰ ਲਿਖਦੇ ਨੇ, 10ਵੇਂ ਪਾਤਸ਼ਾਹ ਜੀ ਬਾਬਾ ਰਾਮ ਰਾਏ ਦੀ ਇੱਛਾ ਮੁਤਾਬਕ ਸਤਿਗੁਰੂ ਜੀ ਉਹਨਾਂ ਨੂੰ ਜਮਨਾ ਨਦੀ ਦੇ ਵਿਚਕਾਰ ਇੱਕ ਬੇੜੀ ਦੇ ਵਿੱਚ ਮੁਲਾਕਾਤ ਹੋਈ ਸੀ ਜੀ। ਬੇੜੀ, ਕਿਸ਼ਤੀ ਦੇ ਵਿੱਚ ਮੁਲਾਕਾਤ ਹੋਈ। ਬਾਬਾ ਰਾਮ ਰਾਏ ਜੀ ਨੇ ਗੁਰੂ ਸਾਹਿਬ ਤੋਂ ਭਾਵੇਂ ਵਡੇਰੀ ਉਮਰ ਦੇ ਸੀ, ਪਰ ਜਦੋਂ ਬਾਬਾ ਰਾਮ ਰਾਏ ਦੀ ਗੁਰੂ ਗੋਬਿੰਦ ਸਿੰਘ ਨਾਲ ਮਿਲਣੀ ਹੁੰਦੀ ਹੈ ਤਾਂ ਉਹਨਾਂ ਨੇ ਸੀਸ ਝੁਕਾਇਆ। ਸੀਸ ਝੁਕਾ ਕੇ ਨਮਸਕਾਰ ਕੀਤੀ। ਪਾਤਸ਼ਾਹ ਜੀ ਦਾ ਸਤਿਕਾਰ ਕੀਤਾ। ਫਿਰ ਪਾਤਸ਼ਾਹ ਜੀ ਨੇ ਵੀ ਬੇਨਤੀ ਕੀਤੀ ਵੀ ਇਹਨਾਂ ਦੀ ਮੌਤ ਮੰਗਰੋ, ਸੰਸਾਰ ਤੋਂ ਜਾਣ ਮੰਗਰੋ, ਇਹਨਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਕੀਤੀ ਜਾਵੇ। ਇਹ ਵੀ ਕੁਝ ਆਪਾਂ ਪੜ੍ਹਦੇ ਵੀ ਬਾਅਦ ਵਿੱਚ ਬਾਬਾ ਰਾਮ ਰਾਏ ਜੀ ਨੇ ਭੁੱਲ ਬਖਸ਼ਾ ਲਈ ਸੀ, ਸਿੱਖੀ ਦਾਇਰੇ ਵਿੱਚ ਬਾਅਦ ਵਿੱਚ ਆ ਗਏ ਸੀ। ਵੱਖਰੀ ਗੱਲ ਆ ਵੀ ਉਹਨਾਂ ਦੇ ਨਾਂ ਤੇ ਡੇਰਾ ਬਣ ਗਿਆ, ਡੇਰਾ ਸਥਾਪਿਤ ਹੋ ਗਿਆ। ਕਿਉਂਕਿ ਆਸਾ ਦੀ ਵਾਰ ਆਪਾਂ ਪੜ੍ਹਦੇ ਹਾਂ ਜੀ, ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੋ ਗਈ ਵੀ ਇੱਕ ਸਿਸਟਮ ਬਣ ਗਿਆ, ਇੱਕ ਰੁਜ਼ਗਾਰ ਜਾਂ ਜੁੜ ਗਿਆ। ਹੁਣ ਬੰਦਾ ਉਸ ਚੀਜ਼ ਨੂੰ ਛੱਡਣ ਵਾਸਤੇ ਤਿਆਰ ਨਹੀਂ ਹੈ। ਉਸ ਤੋਂ ਬਾਅਦ ਜਿਹੜੀ ਆਪਾਂ ਅੱਗੇ ਵਿਚਾਰ ਪੜ੍ਹਦੇ ਹਾਂ, ਇੱਥੇ ਬਾਬਾ ਰਾਮ ਰਾਏ ਜੀ ਨੇ ਭੁੱਲ ਬਖਸ਼ਾਈ, ਗੁਰੂ ਸਾਹਿਬ ਨੂੰ ਆ ਕੇ ਨਮਸਕਾਰ ਕੀਤੀ। ਗੁਰੂ ਸਾਹਿਬ ਨੇ ਪਰਿਵਾਰ ਦੀ ਵੀ ਆਖਿਆ ਵੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਮਹਾਰਾਜ ਨੇ ਲਈ। ਉਸ ਤੋਂ ਬਾਅਦ
ਇਸੇ ਇਲਾਕੇ ਵਿੱਚ ਜਦੋਂ ਮਹਾਰਾਜ ਆਏ ਹੋਏ ਨੇ ਜੀ, ਪੀਰ ਬੁੱਧੂ ਸ਼ਾਹ ਵੀ ਦਰਸ਼ਨਾਂ ਨੂੰ ਆਉਂਦਾ ਹੈ। ਪਾਉਂਟਾ ਸਾਹਿਬ ਤੋਂ ਪੱਛਮ ਵੱਲ 43 ਕਿਲੋਮੀਟਰ ਦੀ ਵਿੱਥ ਉੱਤੇ ਇੱਕ ਸਢੌਰਾ ਨਾਮ ਦਾ ਇੱਕ ਕਸਬਾ ਹੈ ਜੀ। ਸਢੌਰਾ ਨਾਮ ਦਾ ਕਸਬਾ ਬਣਿਆ ਹੋਇਆ ਹੈ। ਇਹ ਅੰਬਾਲੇ ਤੋਂ 33 ਕਿਲੋਮੀਟਰ ਦੀ ਵਿੱਥ ਤੇ ਹੈ। ਇੱਥੋਂ ਸੂਫੀ ਸੰਤ ਪੀਰ ਬੁੱਧੂ ਸ਼ਾਹ ਜੀ ਦਾ ਇਹ ਇਲਾਕਾ ਸੀ ਸਾਰਾ। ਇਸ ਇਲਾਕੇ ਵਿੱਚ ਪੀਰ ਬੁੱਧੂ ਸ਼ਾਹ ਦੀ ਕਾਫੀ ਮਾਨਤਾ ਸੀ। ਪੀਰ ਕਰਕੇ ਪੂਜਦੇ ਸੀ ਲੋਕ, ਮੰਨਦੇ ਸੀ ਲੋਕ। ਦੁਨੀਆ ਦਾ ਐਡਾ ਵੱਡਾ ਪੀਰ ਪੀਰ ਬੁੱਧੂ ਸ਼ਾਹ, ਜਿਸ ਵਕਤ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ ਕਿ 10ਵੇਂ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਇਸ ਨਾਹਨ ਦੇ ਇਲਾਕੇ ਵਿੱਚ ਪਾਉਂਟਾ ਸਾਹਿਬ ਦੀ ਧਰਤੀ ਤੇ ਆਏ ਹੋਏ ਨੇ, ਪੀਰ ਆਪਣੇ ਸੇਵਕਾਂ ਸਮੇਤ ਚੱਲ ਪਿਆ ਦੀਦਾਰ ਕਰਨ ਵਾਸਤੇ, ਦਰਸ਼ਨ ਕਰਨ ਵਾਸਤੇ ਚੱਲਿਆ। ਨਾਲ ਇਹਦੇ ਦੇਖੋ, ਇਸ ਇਲਾਕੇ ਵਿੱਚ ਹਿੰਦੂ ਲੋਕ ਵੀ ਤੇ ਮੁਸਲਮਾਨ ਲੋਕ ਵੀ ਪੀਰ ਜੀ ਦਾ ਬਹੁਤ ਸਤਿਕਾਰ ਕਰਦੇ ਨੇ। ਏਡਾ ਵੱਡਾ ਪੀਰ ਮੁਰੀਦ ਪਤਾ ਕਿਹਦਾ? ਕਲਗੀਆਂ ਵਾਲੇ ਪਾਤਸ਼ਾਹ ਦਾ। ਏਡਾ ਵੱਡਾ ਪੀਰ ਜਿਹਨੂੰ ਲੋਕ ਪੂਜਦੇ ਨੇ, ਮੰਨਦੇ ਨੇ। ਉਹ ਇਹ ਗੱਲ ਕਹਿੰਦਾ, ਮਹਾਰਾਜ ਕਲਗੀਆਂ ਵਾਲੇ ਬਾਪੂ, ਤੇਰੇ ਤੋਂ ਵੱਡਾ ਕੋਈ ਪੀਰ ਨਹੀਂ ਹੈ, ਤੇਰੇ ਤੋਂ ਵੱਡਾ ਕੋਈ ਸਰਬੰਸਦਾਨੀ ਨਹੀਂ ਹੈ। ਸਾਡਾ ਪੀਰ, ਸਾਡਾ ਰਹਿਬਰ, ਸਾਡਾ ਇਸ਼ਟ ਤੂੰ ਹੀ ਹੈ। ਇੱਥੇ ਪੀਰ ਬੁੱਧੂ ਸ਼ਾਹ ਜੀ ਆਉਂਦੇ ਨੇ, ਜਿਨ੍ਹਾਂ ਦਿਨਾਂ ਵਿੱਚ 10ਵੇਂ ਗੁਰੂ ਪਾਤਸ਼ਾਹ ਜੀ ਪਾਉਂਟਾ ਸਾਹਿਬ ਦੀ ਧਰਤੀ ਤੇ ਰਹਿ ਰਹੇ ਸੀ। ਪੀਰ ਬੁੱਧੂ ਸ਼ਾਹ ਉੱਥੇ ਮਿਲਣ ਵਾਸਤੇ ਆਉਂਦੇ ਨੇ। ਇਤਿਹਾਸਕਾਰ ਲਿਖਦੇ ਨੇ, ਪੀਰ ਜੀ ਨਾਲ ਇੱਥੇ 5 ਸਰਦਾਰ ਵੀ, ਜਿਹੜੇ ਸਰਦਾਰ ਪਠਾਨ ਸੀ ਉਹ ਵੀ ਆਏ, ਅਤੇ 500 ਪਠਾਨ ਜਿਹੜੇ ਸਿਪਾਹੀ ਸੀ ਉਹ ਵੀ ਆਏ। ਇਹਨਾਂ ਨੂੰ ਸਰਦਾਰਾਂ ਨੂੰ, ਜਿਹੜੇ ਸਰਦਾਰਾਂ ਦਾ ਨਾਮ ਵੀ ਲਿਖਿਆ, ਕਾਲਾ ਖਾਨ, ਭੀਖਨ ਖਾਨ, ਹਿਆਤ ਖਾਨ, ਉਮਰ ਖਾਨ, ਇਹ ਜਿਹੜੇ ਜਰਨੈਲ ਸੀ, ਸਰਦਾਰ ਸੀ, ਪਹਿਲਾਂ ਔਰੰਗਜ਼ੇਬ ਦੀ ਫੌਜ ਅੰਦਰ ਕੰਮ ਕਰਦੇ ਸੀ। ਔਰੰਗਜ਼ੇਬ ਦੇ ਨਾਲ ਜੰਗਾਂ ਯੁੱਧਾਂ ਵਿੱਚ ਜਾਂਦੇ ਹੁੰਦੇ ਸੀ। ਔਰੰਗਜ਼ੇਬ ਨੇ ਇਹਨਾਂ ਕਾਲਾ ਖਾਨ, ਭੀਖਨ ਖਾਨ, ਇਹਨਾਂ ਨੂੰ ਸਰਦਾਰਾਂ ਨੂੰ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਸੀ। 500 ਸਿਪਾਹੀ ਆਪਣੀ ਫੌਜ ਵਿੱਚੋਂ ਔਰੰਗਜ਼ੇਬ ਨੇ ਕੱਢ ਦਿੱਤੇ ਸੀ। ਭੀਖਨ ਸ਼ਾਹ ਨੇ, ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਇਹਨਾਂ ਨੂੰ ਤੁਸੀਂ ਆਪਣੀ ਫੌਜ ਵਿੱਚ ਭਰਤੀ ਕਰ ਲਓ। ਜਿਹੜੇ ਪਹਿਲਾਂ ਔਰੰਗਜ਼ੇਬ ਦੇ ਕੋਲ ਫੌਜ ਦੇ ਵਿੱਚ ਤੈਨਾਤ ਰਹੇ, ਪੀਰ ਬੁੱਧੂ ਸ਼ਾਹ ਦੇ ਕਹਿਣ ਤੇ ਮਹਾਰਾਜ ਨੇ ਉਹਨਾਂ 500 ਸਿਪਾਹੀਆਂ ਨੂੰ ਤੇ 5 ਸਰਦਾਰਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਇਹ ਸੀ ਪੀਰ ਬੁੱਧੂ ਸ਼ਾਹ ਦਾ ਮਿਲਾਪ ਇੱਥੇ ਇਸ ਧਰਤੀ ਤੇ ਹੁੰਦਾ ਜੀ, ਪਾਉਂਟਾ ਸਾਹਿਬ ਦੀ ਧਰਤੀ ਤੇ। ਉਸ ਤੋਂ ਬਾਅਦ ਆਪਾਂ ਜਿਹੜੇ ਕੱਲ੍ਹ ਦੇ ਦੀਵਾਨਾਂ ਵਿੱਚ ਗੱਲ ਕਰਨੀ ਜੀ, ਨਿਰਮਲਾ ਜਿਹੜਾ ਸੰਪਰਦਾਇ ਚੱਲਦੀ ਹੈ, ਨਿਰਮਲਾ ਸੰਪਰਦਾਇ ਕਿਵੇਂ ਚੱਲਦੀ ਹੈ, ਉਸ ਤੋਂ ਅੱਗੇ ਆਪਾਂ ਜਿਹੜੀ ਗੱਲ ਕਰਾਂਗੇ ਭੰਗਾਣੀ ਦੇ ਯੁੱਧ ਬਾਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਇੰਨੀ ਬੇਨਤੀ ਪ੍ਰਵਾਨ ਕਰਿਓ ਜੀ। ਜਿਹੜੀ ਰਹਿੰਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਾਂਗੇ। ਆਓ ਗੁਰਮੁਖੋ, ਸਾਰੀ ਸੰਗਤ ਥੋੜਾ ਸਮੇਂ ਨਾਲ ਪਹੁੰਚ ਕੇ ਲੜੀਵਾਰ ਗੁਰਬਾਣੀ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਆਓ ਫਤਿਹ ਨਾਲ ਪਾਈਏ ਸਾਂਝ, ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਝੂਠਾ